हाँ जी, नेक्स्ट टॉपिक है पोटेंशियल डिफरेंस। The potential difference between 2 points in an electric field is defined as the amount of work done in moving a unit test charge from one point to another point against a electrostatic field। ਆਪਣੇ ਕੋਲੇ ਕੋਈ ਵੀ ਇਲੈਕਟ੍ਰੋਸਟੈਟਿਕ ਫੀਲਡ ਹੈ, ਇਲੈਕਟ੍ਰਿਕ ਫੀਲਡ ਹੈ, ਉਸ ਦੇ ਵਿੱਚ ਆਪਣੇ ਕੋਲੇ ਕੀ ਹੈ, ਯੂਨਿਟ ਜਿਹੜਾ ਪੋਜ਼ੀਟਿਵ ਚਾਰਜ ਹੈ, ਯੂਨਿਟ ਟੈਸਟ ਚਾਰਜ ਨੂੰ ਉਸ ਨੂੰ ਇੱਕ ਪੁਆਇੰਟ ਤੋਂ ਸੈਕਿੰਡ ਪੁਆਇੰਟ ਤੱਕ ਆਪਾਂ ਲੈ ਕੇ ਜਾਣਾ ਹੈ। ਉੱਥੇ ਆਪਾਂ ਕੀ ਹੈ, ਹੁਣ ਇਲੈਕਟ੍ਰਿਕ ਫੀਲਡ ਦੇ ਵਿੱਚ ਅਗੇਂਸਟ ਇਲੈਕਟ੍ਰੋਸਟੈਟਿਕ ਫੀਲਡ ਆਪਾਂ ਨੂੰ ਕੀ ਕਰਨਾ ਪੈਣਾ, ਵਰਕ ਕਰਨਾ ਪੈਣਾ। ਮਤਲਬ ਬਾਹਰੋਂ ਕੋਈ ਆਪਾਂ ਫੋਰਸ ਅਪਲਾਈ ਕਰਾਂਗੇ ਤਾਂ ਆਪਣੇ ਕੋਲੇ ਵਰਕ ਹੋਊਗਾ। ਜਿੰਨਾ ਆਪਾਂ ਵਰਕ ਡਨ ਕੀਤਾ ਯੂਨਿਟ ਟੈਸਟ ਚਾਰਜ ਨੂੰ ਇੱਕ ਪੁਆਇੰਟ ਤੋਂ ਸੈਕਿੰਡ ਪੁਆਇੰਟ ਤੱਕ ਮੂਵ ਕਰਾਉਣ ਦੇ ਲਈ, ਉਸ ਨੂੰ ਆਪਾਂ ਕਹਾਂਗੇ ਪੋਟੈਂਸ਼ੀਅਲ ਡਿਫਰੈਂਸ। ਇਫ VA and VB are electric potential at point A and B in electric field E। ਇਲੈਕਟ੍ਰਿਕ ਫੀਲਡ E ਦੇ ਵਿੱਚ ਆਪਣੇ ਕੋਲ ਸਪੋਜ਼ ਦੋ ਪੁਆਇੰਟਸ ਹੈ, ਪੁਆਇੰਟ A ਐਂਡ B। ਇਹਦੇ ਉੱਪਰ ਆਪਣਾ ਪੋਟੈਂਸ਼ੀਅਲ ਹੈਗਾ ਜਿਹੜਾ VA ਐਂਡ B ਦੇ ਉੱਪਰ V ਹੈ। ਐਂਡ WAB ਹੈਗਾ ਵਰਕ ਡਨ ਇਨ ਮੂਵਿੰਗ ਅ ਟੈਸਟ ਚਾਰਜ Q0 ਫਰੋਮ A ਟੂ B। A ਤੋਂ ਜਦੋਂ ਆਪਾਂ B ਪੁਆਇੰਟ ਤੱਕ ਟੈਸਟ ਚਾਰਜ ਨੂੰ ਲੈ ਕੇ ਆਉਣਾ, ਉੱਥੇ ਵਰਕ ਡਨ ਨੂੰ ਆਪਾਂ ਰਿਪਰੈਜ਼ੈਂਟ ਕਰਾਂਗੇ WAB ਦੇ ਨਾਲ। ਤਾਂ WAB ਕਿਸ ਦੇ ਇਕੁਅਲ ਆ ਜਾਏਗਾ ਆਪਣੇ ਕੋਲੇ, VV ਮਾਈਨਸ VA is equals to WAB upon Q0, ਜਿਹੜੇ ਚਾਰਜ ਨੂੰ ਆਪਾਂ ਮੂਵ ਕਰਾਇਆ। SI ਯੂਨਿਟ ਹੈਗੇ ਪੋਟੈਂਸ਼ੀਅਲ ਡਿਫਰੈਂਸ ਦੇ ਵੋਲਟ। 1 ਵੋਲਟ ਨੂੰ ਆਪਾਂ ਡਿਫਾਈਨ ਕਿਵੇਂ ਕਰਾਂਗੇ, 1 ਵੋਲਟ ਆਪਾਂ ਵਰਕ ਡਨ ਕਦੋਂ ਕਹਿ ਸਕਦੇ ਹਾਂ, ਜਦੋਂ ਆਪਣੇ ਕੋਲ 1 ਜੌਲ ਵਰਕ ਹੋ ਰਿਹਾ, 1 ਜੌਲ ਵਰਕ ਇਜ਼ ਡਨ ਇਨ ਟੇਕਿੰਗ ਆ 1 ਕੂਲਮ ਚਾਰਜ ਫਰੋਮ 1 ਪੁਆਇੰਟ ਟੂ ਅਨਦਰ। ਇੱਕ ਕੂਲਮ ਜਿਹੜਾ ਚਾਰਜ ਹੈ, 1 ਕੂਲਮ ਚਾਰਜ ਨੂੰ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਲੈ ਕੇ ਆਉਣ ਲਈ ਅਗਰ ਆਪਣੇ ਕੋਲੇ ਵਰਕ ਡਨ 1 ਜੌਲ ਕਰ ਰਹੇ ਹਾਂ ਆਪਾਂ, ਦੈਨ ਆਪਾਂ ਪੋਟੈਂਸ਼ੀਅਲ ਡਿਫਰੈਂਸ ਨੂੰ ਕੀ ਕਹਾਂਗੇ, ਉਸ ਦੀ ਵੈਲਿਊ 1 ਵੋਲਟ ਹੈ। 1 ਵੋਲਟ ਇਜ਼ ਇਕਵਸ ਟੂ 1 ਜੌਲ ਅਪੋਨ 1 ਕੂਲਮ, ਦੈਟ ਇਜ਼ ਇਕਵਸ ਟੂ ਜੌਲ ਪਰ ਕੂਲਮ। ਰਿਲੇਸ਼ਨ ਬਿਟਵੀਨ ਪੋਟੈਂਸ਼ੀਅਲ ਡਿਫਰੈਂਸ ਐਂਡ ਲਾਈਨ ਇੰਟੈਗਰਲ ਆਫ ਇਲੈਕਟ੍ਰਿਕ ਫੀਲਡ। ਅਗਰ ਆਪਣੇ ਕੋਲ ਟੈਸਟ ਚਾਰਜ ਹੈਗਾ Q0, ਉਸ ਨੂੰ ਆਪਾਂ A ਤੋਂ B ਪੁਆਇੰਟ ਤੱਕ ਲੈ ਕੇ ਜਾਣਾ, ਮੂਵ ਕਰਾਉਣਾ ਇਲੈਕਟ੍ਰਿਕ ਫੀਲਡ E ਦੇ ਵਿੱਚ, ਤਾਂ ਸਪੋਜ਼ ਆਫ ਸਰਟਨ ਸਟੇਸ਼ਨਰੀ ਚਾਰਜ ਸਬਸਟੀਟਿਊਟਡ HO। O ਤੇ ਆਪਣੇ ਕੋਲ ਕੋਈ ਵੀ ਚਾਰਜ ਹੈਗਾ, ਸਟੇਸ਼ਨਰੀ ਚਾਰਜ ਜਿਹੜਾ ਇੱਥੇ ਪਲੇਸ ਕੀਤਾ ਹੋਇਆ। ਅਗਰ ਆਪਣੇ ਕੋਲ ਚਾਰਜ ਜਿਹੜਾ Q0 ਹੈ, ਟੈਸਟ ਚਾਰਜ, ਉਸ ਨੂੰ ਆਪਾਂ ਪਲੇਸ ਕਰਾਂਗੇ ਪੁਆਇੰਟ B ਦੇ ਉੱਪਰ, ਪੁਆਇੰਟ B ਦੇ ਉੱਪਰ ਹੈਗੇ। ਅਗਰ ਉਸ ਦੀ ਆਪਾਂ ਮੋਸ਼ਨ ਕਰਾ ਦਈਏ, P ਪੁਆਇੰਟ ਤੋਂ ਆਪਾਂ Q ਪੁਆਇੰਟ ਤੱਕ ਚਾਰਜ ਲੈ ਕੇ ਆਉਣਾ, ਤਾਂ ਉੱਥੇ ਜਿਹੜੀ ਫੋਰਸ ਹੈ ਉਹ ਕਿੰਨੀ ਐਕਟ ਕਰੇਗੀ ਇਲੈਕਟ੍ਰਿਕ ਫੀਲਡ ਦੇ ਨਾਲ P ਪੁਆਇੰਟ 'ਤੇ। ਉਸ ਦੀ ਵੈਲਿਊ ਹੈ F ਇਜ਼ ਇਕਵਸ ਟੂ Q0 ਇੰਟੂ E। ਨੈਗੇਟਿਵ ਸਾਈਨ ਇੰਡੀਕੇਟ ਕੀ ਕਰ ਰਿਹਾ, ਇਕੁਅਲ ਐਂਡ ਅਪੋਜ਼ਿਟ ਫੋਰਸ ਲੱਗ ਰਿਹਾ ਬਾਈ ਐਕਸਟਰਨਲ ਏਜੰਸੀ ਟੂ ਮੂਵ ਦਾ ਚਾਰਜ ਨੂੰ ਮੂਵ ਕਰਾਉਣ ਦੇ ਲਈ। ਚਾਰਜ ਨੂੰ ਆਪਣੇ ਕੋਲ ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ ਲੈ ਕੇ ਆਉਣ ਲਈ ਆਪਾਂ ਬਾਹਰੋਂ ਕੀ ਲੱਗ ਰਹੇ ਹਾਂ, ਫੋਰਸ ਲੱਗ ਰਹੇ ਹਾਂ। ਇੱਕ ਤਾਂ ਫੋਰਸ ਆਪਣੇ ਕੋਲ ਆਹ ਵਾਲੀ ਡਾਇਰੈਕਸ਼ਨ 'ਚ ਹੈ, ਇੱਕ ਫੋਰਸ ਇਹ ਵਾਲੀ, ਦੋਨੇ ਇਕੁਅਲ ਐਂਡ ਅਪੋਜ਼ਿਟ ਫੋਰਸਿਸ ਹੈ, ਇਸੇ ਕਰਕੇ ਆਪਾਂ ਨੈਗੇਟਿਵ ਸਾਈਨ ਲਗਾਇਆ ਇੱਥੇ। ਵਰਕ ਡਨ ਦੀ ਵੈਲਿਊ ਆਪਣੇ ਕੋਲ ਕੀ ਹੈ, DW। ਹੁਣ ਜਦੋਂ P ਤੋਂ Q ਤੱਕ ਪੁਆਇੰਟ ਤੱਕ ਆਏ, ਆਪਣਾ ਡਿਸਪਲੇਸਮੈਂਟ ਕਿੰਨੀ ਹੋਈ ਹੈ, DL ਡਿਸਪਲੇਸਮੈਂਟ, ਤਾਂ DW ਨੂੰ ਲਿਖਾਂਗੇ F ਡੋਟ DL। F ਦੀ ਵੈਲਿਊ ਪੁੱਟ ਕਰਾਂਗੇ ਮਾਈਨਸ Q0 E ਡੋਟ DL। ਅਗਰ ਆਪਾਂ ਟੋਟਲ ਵਰਕ ਡਨ ਫਾਈਂਡ ਆਊਟ ਕਰਨਾ ਹੈ, ਜਦੋਂ A ਤੋਂ ਆਪਾਂ ਕੀ ਹੈ B ਪੁਆਇੰਟ ਤੱਕ ਪਹੁੰਚੇ ਹਾਂ, A ਤੋਂ B ਤੱਕ ਆਏ ਹਾਂ, ਤਾਂ ਆਪਾਂ ਟੋਟਲ ਵਰਕ ਦਾ ਕੀ ਫਾਈਂਡ ਆਊਟ ਕਰਨ ਦੇ ਲਈ ਇਸ ਜਿਹੜਾ ਵਰਕ ਡਨ ਹੈ ਉਸ ਨੂੰ ਇੰਟੀਗ੍ਰੇਟ ਕਰਾਂਗੇ A ਟੂ V। DW ਦੀ ਵੈਲਿਊ ਪੁੱਟ ਕੀਤੀ, ਮਾਈਨਸ Q0 ਇੰਟੀਗ੍ਰੇਸ਼ਨ ਤੋਂ ਬਾਹਰ ਲੈ ਲਿਆ, A ਟੂ B ਇੰਟੀਗ੍ਰੇਸ਼ਨ E ਡੋਟ DL। WAB ਅਪੋਨ Q0 ਇੱਧਰ ਆ ਜਾਏਗਾ, ਇਕੁਅਲ ਟੂ ਮਾਈਨਸ ਇੰਟੀਗ੍ਰੇਸ਼ਨ A ਟੂ B E ਡੋਟ DL। ਆਹ ਵਾਲਾ ਜਿਹੜਾ ਫੈਕਟਰ ਹੈ, ਇਸ ਨੂੰ ਆਪਾਂ ਕੀ ਲਿਖਾਂਗੇ, VB ਮਾਈਨਸ VA। ਆਹ ਵਾਲਾ ਤਾਂ ਦੋਨੇ A ਵਾਲੀ ਇਕੁਏਸ਼ਨ ਤੇ A ਵਾਲੀ ਇਕੁਏਸ਼ਨ ਦੋਨਾਂ ਨੂੰ ਆਪਾਂ ਇੱਕੋ ਰੱਖ ਕੇ ਇਸ ਦੀ ਵੈਲਿਊ ਫਾਈਂਡ ਆਊਟ ਕਰਾਂਗੇ। VB ਮਾਈਨਸ VA ਇਜ਼ ਇਕਵਲ ਟੂ ਇੰਟੀਗ੍ਰੇਸ਼ਨ ਆਫ A ਟੂ B E ਡੋਟ DL। ਹੁਣ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੈ ਬਿਟਵੀਨ 2 ਪੁਆਇੰਟਸ A ਐਂਡ B, ਉਹ ਕਿਸ ਦੇ ਇਕੁਅਲ ਹੈ, ਲਾਈਨ ਇੰਟੈਗਰਲ ਆਫ electric field between these points। ਉਸ ਤੋਂ ਨੈਕਸਟ ਕੁਛ ਇਸ ਦੇ ਇੰਪੋਰਟੈਂਸ ਹੈਗੇ ਲਾਈਨ ਇੰਟੈਗਰਲ ਦੇ। ਫਰਸਟ ਹੈਗਾ ਦ ਲਾਈਨ ਇੰਟੈਗਰਲ ਆਫ ਇਲੈਕਟ੍ਰਿਕ ਫੀਲਡ ਓਵਰ ਅ ਪਾਥ ਇਜ਼ ਇਕੁਅਲ ਟੂ ਦ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਦ ਪੁਆਇੰਟਸ।
ਆਪਾਂ ਨੂੰ ਪਤਾ ਹੀ ਹੈ ਪੋਟੈਂਸ਼ੀਅਲ ਡਿਫਰੈਂਸ ਹੈਗਾ ਜਿਹੜਾ ਦੋਨੇ ਪੁਆਇੰਟਸ ਦੇ ਵਿਚਕਾਰ ਉਹ ਕਿਸ ਦੇ ਇਕੁਅਲ ਹੈਗਾ ਲਾਈਨ ਇੰਟੈਗਰਲ ਆਫ ਇਲੈਕਟ੍ਰਿਕ ਫੀਲਡ ਦੇ। ਸੈਕਿੰਡ ਹੈ the line integral of gravitational field taken over a path is equal to the difference in potential energies। ਇਹ ਤਾਂ ਆਪਣੇ ਕੋਲੇ ਇਲੈਕਟ੍ਰਿਕ ਫੀਲਡ ਦੀ ਗੱਲ ਕੀਤੀ ਹੈ। ਅਗਰ ਆਪਣੇ ਕੋਲੇ ਫੀਲਡ ਕੀ ਹੈ ਗ੍ਰੈਵੀਟੇਸ਼ਨਲ ਹੈ ਤਾਂ ਗ੍ਰੈਵੀਟੇਸ਼ਨਲ ਦੇ ਵਿੱਚ ਜਿਹੜਾ ਲਾਈਨ ਇੰਟੈਗਰਲ ਹੈਗਾ ਓਵਰ ਆ ਪਾਥ ਉਹ ਕਿਸ ਦੇ ਇਕੁਅਲ ਹੋਏਗਾ, ਪਹਿਲਾਂ ਆਪਾਂ ਪੋਟੈਂਸ਼ੀਅਲ ਦੇ ਮਾਈਨਸ ਕਰਾਏ ਸੀ, ਉਹ ਹੋਏਗਾ ਤੁਹਾਡੇ ਕੋਲੇ ਪੋਟੈਂਸ਼ੀਅਲ ਐਨਰਜੀ ਦਾ ਡਿਫਰੈਂਸ। ਨੈਕਸਟ ਹੈਗਾ ਡੈਫੀਨੇਸ਼ਨ ਇਲੈਕਟ੍ਰਿਕ ਪੋਟੈਂਸ਼ੀਅਲ ਦੀ। Electric potential at a point in an electric field is defined as the amount of work done in bringing a unit test charge from infinity to that point। ਆਪਾਂ ਇਨਫਿਨਿਟੀ ਤੋਂ ਕੋਈ ਵੀ ਟੈਸਟ ਚਾਰਜ ਨੂੰ ਯੂਨਿਟ ਟੈਸਟ ਚਾਰਜ ਨੂੰ ਇੱਕ ਪੁਆਇੰਟ ਤੱਕ ਲੈ ਕੇ ਆਏ ਹਾਂ ਅਗੇਂਸਟ ਦਾ ਇਲੈਕਟ੍ਰੋਸਟੈਟਿਕ ਫੀਲਡ। ਉੱਥੇ ਜਿੰਨਾ ਅਮਾਊਂਟ ਆਫ ਵਰਕ ਡਨ ਆਪਾਂ ਕੀਤਾ ਤਾਂ ਉਸ ਨੂੰ ਆਪਾਂ ਕਹਾਂਗੇ ਇਲੈਕਟ੍ਰਿਕ ਪੋਟੈਂਸ਼ੀਅਲ। ਅਗਰ ਕਿਸੇ ਵੀ ਪੀ ਪੁਆਇੰਟ ਦੇ ਉੱਪਰ ਆਪਣੇ ਕੋਲੇ ਕੀ ਹੈ ਇਲੈਕਟ੍ਰਿਕ ਜਿਹੜੀ ਪੋਟੈਂਸ਼ੀਅਲ ਹੈ ਉਸਦੀ ਵੈਲਿਊ ਕੀ ਲਿਖਾਂਗੇ ਆਪਾਂ v ਇਜ਼ ਇਕੁਅਲਸ ਟੂ ਮਾਈਨਸ ਇੰਟੀਗ੍ਰੇਸ਼ਨ ਆਫ ਇਨਫਿਨਿਟੀ ਟੂ ਪੀ ਈ ਡੋਟ ਡੀ ਐਲ। ਯੂਨਿਟ ਹੈਗੇ ਜਿਹੜੇ ਆਪਣੇ ਕੋਲ ਇਲੈਕਟ੍ਰਿਕ ਪੋਟੈਂਸ਼ੀਅਲ ਦੇ ਉਹ ਹੈਗੇ ਵੋਲਟ। 1 ਵੋਲਟ ਨੂੰ ਆਪਾਂ ਡਿਫਾਈਨ ਕਰਾਂਗੇ ਜਦੋਂ 1 ਜਾਊਲ ਵਰਕ ਕਰ ਰਹੇ ਹਾਂ ਇੱਕ ਕੂਲਮ ਚਾਰਜ ਨੂੰ ਇੱਕ ਪੁਆਇੰਟ ਤੋਂ ਸੈਕਿੰਡ ਪੁਆਇੰਟ ਤੱਕ ਮੂਵ ਕਰਾਉਣ ਦੇ ਲਈ। ਨੈਕਸਟ ਹੈ electric potential at a point due to point charge located at origin। ਕੰਸੀਡਰ ਕਰੋ ਆਪਣੇ ਕੋਲੇ ਕੋਈ ਵੀ ਪੁਆਇੰਟ ਚਾਰਜ ਹੈਗਾ Q ਉਸ ਨੂੰ ਆਪਾਂ ਲੋਕੇਟ ਕੀਤਾ ਹੋਇਆ ਓਰੀਜਨ ਦੇ ਉੱਪਰ। ਲੈਟ ਅਸ ਫਾਈਂਡ ਇਲੈਕਟ੍ਰਿਕ ਪੋਟੈਂਸ਼ੀਅਲ ਐਟ P। ਆਪਾਂ ਜਿਹੜੇ ਇਲੈਕਟ੍ਰਿਕ ਪੋਟੈਂਸ਼ੀਅਲ ਹੈਗਾ ਜਿਹੜਾ P ਪੁਆਇੰਟ ਦੇ ਉੱਪਰ ਫਾਈਂਡ ਆਊਟ ਕਰਾਂਗੇ ਅਤੇ ਉਸ ਦਾ ਡਿਸਟੈਂਸ ਹੈਗਾ ਜਿਹੜਾ ਓਰੀਜਨ ਦੇ ਨਾਲੋਂ ਆਪਣੇ ਕੋਲੇ R ਹੈ। ਕੋਈ ਵੀ ਓਰੀਜਨ ਹੈ ਓਰੀਜਨ ਦੇ ਵਿੱਚ ਆਪਾਂ ਪਲੇਸ ਕੀਤਾ ਹੋਇਆ ਚਾਰਜ Q ਉਸ ਤੋਂ R ਡਿਸਟੈਂਸ ਦੇ ਉੱਪਰ ਉਹ ਤੋਂ ਲੈ ਕੇ R ਡਿਸਟੈਂਸ 'ਤੇ ਕੋਈ ਵੀ ਆਪਣੇ ਕੋਲ ਪੁਆਇੰਟ ਹੈਗਾ P ਦੇ ਉੱਪਰ ਆਪਾਂ ਇਲੈਕਟ੍ਰਿਕ ਪੋਟੈਂਸ਼ੀਅਲ ਹੈ ਜਿਹੜਾ ਉਸ ਦੀ ਵੈਲਿਊ ਨੂੰ ਫਾਈਂਡ ਆਊਟ ਕਰਾਂਗੇ। ਇਲੈਕਟ੍ਰਿਕ ਫੀਲਡ ਐਟ P। ਇਲੈਕਟ੍ਰਿਕ ਫੀਲਡ ਹੈ ਜਿਹੜਾ P 'ਤੇ ਕੀ ਹੋਏਗਾ E ਇਜ਼ ਇਕੁਅਲਸ ਟੂ 1/4 ਐਪਸਾਈਲਨ ਨਾਟ Q/r² ਇੰਟੂ R ਕੈਪ ਇਨ ਵੈਕਟਰ ਫਾਰਮ ਦੇ ਵਿੱਚ। ਬਾਈ ਡੈਫੀਨੇਸ਼ਨ ਇਲੈਕਟ੍ਰਿਕ ਪੋਟੈਂਸ਼ੀਅਲ ਕੀ ਹੈ V ਇਜ਼ ਇਕੁਅਲਸ ਟੂ ਮਾਈਨਸ ਇਨਫਿਨਿਟੀ ਟੂ P E ਡੋਟ ਡੀ ਐਲ। ਇਹ ਆਪਾਂ ਡੈਫੀਨੇਸ਼ਨ ਲਗਾਈ ਇਲੈਕਟ੍ਰਿਕ ਪੋਟੈਂਸ਼ੀਅਲ ਦੀ। ਨੈਕਸਟ ਆਪਾਂ ਕੀ ਕਰਨਾ ਹੈ ਇਸ ਦੇ ਵਿੱਚ E ਦੀ ਵੈਲਿਊ ਹੈ ਜਿਹੜੀ ਪੁੱਟ ਕਰ ਦਾਂਗੇ ਇਸ ਇਕੁਏਸ਼ਨ ਤੋਂ ਇਸ ਇਕੁਏਸ਼ਨ ਦੇ ਵਿੱਚ ਪੁੱਟ ਕਰਾਂਗੇ ਤਾਂ V ਆਪਣੇ ਕੋਲ ਕਿਸ ਦੇ ਇਕੁਅਲ ਆ ਜਾਏਗਾ ਮਾਈਨਸ Q0/4 ਐਪਸਾਈਲਨ ਨਾਟ ਇਨਫਿਨਿਟੀ ਟੂ P R ਕੈਪ ਡੋਟ ਡੀ ਐਲ ਅਪੋਨ R² ਦੀ। ਅਗਰ ਆਪਾਂ R ਡੋਟ ਡੀ ਐਲ ਨੂੰ ਸੋਲਵ ਕਰੀਏ ਅਗਰ ਆਪਾਂ R ਕੈਪ ਨੂੰ ਲਈਏ ਮੈਗਨੀਚਿਊਡ ਫਾਰਮ ਦੇ ਵਿੱਚ ਉਸ ਦੀ ਵੈਲਿਊ 1 ਹੈ ਤਾਂ ਇਸ ਨੂੰ ਲਿਖ ਸਕਦੇ ਆਪਾਂ R ਡੀ ਐਲ ਇੰਟੂ ਕੋਸ ਥੀਟਾ। R ਦੀ ਵੈਲਿਊ ਆਪਾਂ 1 ਪੁੱਟ ਕਰਾਂਗੇ ਅਤੇ ਕਿਸ ਦੇ ਕੋਲ ਰਹਿ ਜਾਏਗਾ ਡੀ ਐਲ ਕੋਸ ਥੀਟਾ ਦੀ। ਇਸ ਦੇ ਵੈਲਿਊ ਪੁੱਟ ਕਰਾਂਗੇ V ਇਜ਼ ਇਕੁਅਲਸ ਟੂ ਮਾਈਨਸ Q/4 ਐਪਸਾਈਲਨ ਨਾਟ ਇਨਫਿਨਿਟੀ ਟੂ P ਡੀ ਐਲ ਕੋਸ ਥੀਟਾ ਅਪੋਨ R²। ਹੁਣ ਸਪੋਜ਼ ਇੱਥੇ ਆਪਣੇ ਕੋਲ ਬਿਲਕੁਲ ਛੋਟੀ ਜਿਹੀ ਸਮੋਲ ਟ੍ਰਾਇੰਗਲ ਹੈਗੀ ਹੈ MPL। P ਹੈ ਜਿਹੜਾ ਪੁਆਇੰਟ ਉਹ L ਤੱਕ ਗਿਆ ਵਿਦ ਡਿਸਟੈਂਸ DL ਹੈ। P ਫਿਰ ਆਪਣਾ M ਤੱਕ ਪਹੁੰਚ ਗਿਆ ਉਹ ਡਿਸਟੈਂਸ ਆਪਣੇ ਕੋਲ ਕਿੰਨਾ ਹੈਗਾ DR ਅਤੇ MPL ਛੋਟੀ ਜਿਹੀ ਟ੍ਰਾਇੰਗਲ ਬਣ ਗਈ। ਇਹਨਾਂ ਦੇ ਵਿਚਕਾਰ MPL ਐਂਗਲ ਹੈਗਾ ਥੀਟਾ। ਇੱਥੋਂ ਆਪਾਂ ਕੀ ਕਰਾਂਗੇ ਕੋਸ ਥੀਟਾ ਦੀ ਵੈਲਿਊ ਕੈਲਕੂਲੇਟ ਕਰਾਂਗੇ। ਕੋਸ ਥੀਟਾ ਦੀ ਵੈਲਿਊ ਆ ਜਾਏਗੀ ਆਪਣੇ ਕੋਲ DR/DL MP/PL ਤਾਂ DR ਨੂੰ ਆਪਾਂ ਕੀ ਲਿਖ ਸਕਦੇ ਹਾਂ DL ਇੰਟੂ ਕੋਸ ਥੀਟਾ। ਤਾਂ DL ਕੋਸ ਥੀਟਾ ਦੀ ਆਪਾਂ ਵੈਲਿਊ ਪੁੱਟ ਕਰਾਂਗੇ ਵੇਅਰ ਆਪਣੇ ਕੋਲ ਜਿਹੜੀਆਂ ਲਿਮਿਟਸ ਉਹ ਵੀ ਚੇਂਜ ਹੋ ਜਾਣਗੀਆਂ ਇਨਫਿਨਿਟੀ ਟੂ R ਬਣ ਜਾਏਗੀ DR/R²। 1/R² ਦੀ ਇੰਟੀਗ੍ਰੇਸ਼ਨ ਆਪਣੇ ਕੋਲ ਹੁੰਦੀ ਹੈ -1/R ਮਾਈਨਸ ਪਲੱਸ ਫਿਰ ਉਸ ਤੋਂ ਨੈਕਸਟ ਸਟੈਪ ਦੇ ਵਿੱਚ ਆਪਾਂ ਲਿਮਿਟਸ ਪੁੱਟ ਕਰਾਂਗੇ ਅੱਪਰ ਲਿਮਿਟ ਮਾਈਨਸ ਲੋਅਰ ਲਿਮਿਟ 1/R ਮਾਈਨਸ 1/ਇਨਫਿਨਿਟੀ 1/ਇਨਫਿਨਿਟੀ 0 ਆਹ ਵਾਲੀ ਟਰਮ 0 ਹੋ ਜਾਏਗੀ ਆਪਣੇ ਕੋਲ ਓਨਲੀ ਰਹਿ ਜਾਏਗਾ Q/4 ਐਪਸਾਈਲਨ ਨਾਟ ਇੰਟੂ 1/R। ਇੱਥੋਂ ਆਪਾਂ ਕੀ ਕਹਿ ਸਕਦੇ ਹਾਂ 1/4 ਐਪਸਾਈਲਨ ਨਾਟ ਕੌਨਸਟੈਂਟ ਹੈ ਤਾਂ V ਇਨਵਰਸਲੀ ਪ੍ਰੋਪੋਰਸ਼ਨ ਕਿਸ ਦੇ ਆ R ਦੀ। ਜਿਹੜਾ ਦੋਨਾਂ ਪੁਆਇੰਟਸ ਦੇ ਵਿਚਕਾਰ ਡਿਸਟੈਂਸ ਹੈ ਉਹ ਓਰੀਜਨ 'ਤੇ ਆਪਾਂ ਇੱਕ ਚਾਰਜ ਰੱਖਿਆ ਅਤੇ P ਪੁਆਇੰਟ 'ਤੇ ਇਲੈਕਟ੍ਰਿਕ ਪੋਟੈਂਸ਼ੀਅਲ ਫਾਈਂਡ ਆਊਟ ਕਰਾਂਗੇ ਉਹਨਾਂ ਦੇ ਵਿਚਕਾਰ ਜਿੰਨਾ ਡਿਸਟੈਂਸ ਆ ਉਸਦੇ ਇਨਵਰਸਲੀ ਪ੍ਰੋਪੋਰਸ਼ਨਲ ਹੈਗਾ ਇਲੈਕਟ੍ਰਿਕ ਪੋਟੈਂਸ਼ੀਅਲ। ਨੈਕਸਟ ਹੈ ਇਲੈਕਟ੍ਰਿਕ ਫੀਲਡ ਐਜ਼ ਅ ਗ੍ਰੇਡੀਐਂਟ ਆਫ ਇਲੈਕਟ੍ਰਿਕ ਪੋਟੈਂਸ਼ੀਅਲ। ਕੋਈ ਵੀ ਸੋਰਸ ਚਾਰਜ ਹੈਗੇ Q ਇਲੈਕਟ੍ਰਿਕ ਪੋਟੈਂਸ਼ੀਅਲ ਹੈਗਾ ਆਪਾਂ P ਪੁਆਇੰਟ 'ਤੇ ਫਾਈਂਡ ਆਊਟ ਕਰਾਂਗੇ
ओरिजन ते आपां क्यू चार्ज प्लेस किया होया पी पॉइंट ते इलैक्ट्रिक पोटेंशियल है उसकी वैल्यू नूं फाइंड आउट करांगे ओ ते पी दे विच डिस्टेंस है आर तो उसनूं वैक्टर फॉर्म विच आपां आर वैक्टर लिखांगे तो इत्थे अपने कोले पॉइंट ओ दे उपर ठीक है जिन्ना इलैक्ट्रिक पोटेंशियल है उसकी वैल्यू की होगी 1/4 एप्सिलॉन नॉट क्यू अपॉन आर वी दे विच अपने कोल आ वाली वैल्यू आपां कैलकुलेट कीती सी ओ वाली वैल्यू चैक्की आपां टेकिंग द ग्रेडियंट हुण आपां ग्रेडियंट लैना ग्रेडियंट की है डेल वी डेल नाल वी दे मल्टीप्लाई करावांगे तो बन जाएगा क्यू अपॉन 4 एप्सिलॉन नॉट डेल 1/r हुण डेल 1/r एन आपां सॉल्व किया सी फर्स्ट चैप्टर दे विच उसदी वैल्यू है -n आर वैक्टर अपॉन आर n+2 1/r कड्ढना आपां n की जगह तो आपां 1 पुट करांगे तो बन जाएगा आर वैक्टर अपॉन आर दी क्यूब विद माइनस तो यह बन जाएगा अपने को आर वैक्टर की आपां वैल्यू पुट करांगे आर वैक्टर की इज इक्वल है आर कैप अपॉन इट्स मैगनीट्यूड ठीक है पुट करके वैल्यू तो ये वाली वैल्यू आ गई तुहाडे कोल इस दी वैल्यू आपां इस वाली इक्वेशन दे विच पुट करांगे तो बन जाएगा डेल वी इज इक्वल टू माइनस क्यू अपॉन 4 एप्सिलॉन नॉट आर कैप अपॉन आर स्केयर अगर क्यू अपॉन 4 एप्सिलॉन नॉट आर कैप अपॉन आर स्केयर नूं आपां की लिख सकते हैं ई इलैक्ट्रिक फील्ड तो डेल वी किस दे इक्वल रह जाएगा डेल वी माइनस ई दे जां लिख सकते हैं ई इज इक्वल टू माइनस डेल वी तो आप इतों इस इक्वेशन तो की कह सकते हैं इलैक्ट्रिक फील्ड एट एनी पॉइंट किसी भी पॉइंट पर इलैक्ट्रिक फील्ड इज़ द नैगेटिव ग्रेडियंट ऑफ द इलैक्ट्रिक पोटेंशियल किस दे इक्वल है नैगेटिव ग्रेडियंट ऑफ इलैक्ट्रिक पोटेंशियल दे इक्वल है